बिस्मिल्लाहिर्रहमानिर्रहीम अस्सलामुअलैकुम वरहमतुल्लाहि वबरकातुहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह तुसीं सारे ठीक ठाक होवोगे। अल्लाह ताला सब ते रहमत फरमाए, अल्लाह ताला सब नूं अपने हिफ्ज़ो ईमान च रखे, आमीन सुम्मा आमीन। अज दे विलाग दे विच मैं तुहाडे नाल एक इंतहाई अफसोसनाक वाक़या जिहड़ा मियाँ चन्नू दे विच 31 दिसंबर की रात नूं पेश आया कि एक लड़का और लड़की दोनों आपस में बड़ी प्यार मुहब्बत करते हैं। 3 साल इन्हां दे दौरान प्यार मुहब्बत चलती है। उस तो बाद ये न्यू ईयर नाइट वाले दिन 31 दिसंबर नूं कहंदे ने चलो बाहर जाके कुछ खा पी के आने हैं। वो लड़का जिहड़ा उस लड़की नूं लै जांदा और लिजा के इस बहाने एक फ्लैट दे विच मुबैना तौर दे उत्ते उहदे नाल जुल्म और ज़्यादती करदा और फिर अपने 4 दोस्तों भी बुला लैंदा। उहदी मुकम्मल तफसीलात कि यह वाक़या किस तरह पेश आया, उन्हें अपने 4 दोस्तों भी क्यों बुलाया, हालांकि अरसा 3 साल तो उहदे नाल प्यार मुहब्बत करदा सी, अज दी इस वीडियो दे विच मैं तुहाडे नाल शेयर करांगा। ये वाक़या जिहड़ा 31 दसंबर नूं रात नूं पेश आया जदों न्यू ईयर नाइट लोग मना रहे सी। मियाँ चन्नू ਦਾ ਇਹ ਵਾਕਿਆ ਮੀਆਂ ਚੰਨੂ ਦੇ ਵਿੱਚ ਇੱਕ ਜਨਾਹ ਟਾਊਨ ਆ, ਉੱਥੇ ਇੱਕ ਫੈਮਿਲੀ ਰਹਿੰਦੀ ਆ। ਉਸ ਫੈਮਿਲੀ ਦੇ ਸਰਬਰਾਹ ਦਾ ਨਾਮ ਅਕਰਮ। ਉਹਦੀ ਬੱਚੀ ਸੀ ਇੱਕ, ਉਹਦਾ ਨਾਮ ਅਸੀਂ ਆਰਜ਼ੀ ਤੌਰ 'ਤੇ ਰੱਖ ਲੈਂਦੇ ਹਾਂ ਆਬਦਾ। ਆਬਦਾ ਦੀ ਇੱਕ ਬੜੀ ਭੈਣ ਜਿਹੜੀ ਸ਼ਾਦੀशुदा ਆ, ਉਹ ਗਰੀਬਾਬਾਦ ਦੇ ਇਲਾਕੇ ਦੇ ਵਿੱਚ ਰਹਿੰਦੀ ਆ। ਇਹ ਆਪਣੀ ਭੈਣ ਨੂੰ ਗਾਹੇ ਬਗਾਹੇ ਮਿਲਣ ਜਾਂਦੀ ਸੀ। ਉਸ ਗਲੀ ਮੁਹੱਲੇ ਦੇ ਵਿੱਚ ਇੱਕ ਲੜਕਾ ਸੀ ਜਿਹਦਾ ਨਾਮ ਸੀ ਮੁਸਤਫਾ। ਉਹ ਇਹਦੇ ਉੱਤੇ ਨਜ਼ਰ ਰੱਖੀ ਬੈਠਾ ਸੀ। ਹੁਣ ਜਦੋਂ ਵੀ ਇਹ ਬਾਹਰ ਨਿਕਲਦੀ ਉਹ ਇਸ਼ਾਰੇ ਇਹਨੂੰ ਕਰਦਾ, ਵੇਖਦਾ, ਇਹ ਉਹਨੂੰ ਲਿਫਟ ਨਹੀਂ ਸੀ ਕਰਾਉਂਦੀ। ਆਸਤਾ ਆਸਤਾ ਕਾਫੀ ਅਰਸਾ ਚੱਲਦਾ ਰਿਹਾ ਕੰਮ। ਖੈਰ ਇਹਦਾ ਇੱਕ ਦਿਨ ਨਾ ਦਿਲ ਜਿਹੜਾ ਉਹ ਪਿਘਲ ਜਾਂਦਾ, ਉਹਦੇ ਨਾਲ ਸੈੱਟ ਹੋ ਜਾਂਦੀ ਆ। ਉਸ ਤੋਂ ਬਾਅਦ ਉਹ ਜਿਹੜਾ ਮੁਸਤਫਾ ਆਪਣਾ फ़ोन ਨੰਬਰ ਲਿਖ ਕੇ ਇਹਨੂੰ ਦੇ ਦਿੰਦਾ। ਇਹ फ़ोन ਨੰਬਰ ਲੈ ਕੇ ਚਲੇ ਜਾਂਦੀ ਆ। ਇਹਦੇ ਕੋਲ ਮੋਬਾਈਲ ਨਹੀਂ ਹੁੰਦਾ ਹੈਗਾ। ਇਹ 2022 ਤੋਂ ਇਹ ਵਾਕਿਆ ਸ਼ੁਰੂ ਹੋਇਆ। ਹੁਣ 2026 ਆ। ਉਦੋਂ ਇਸ ਲੜਕੀ ਦੀ ਉਮਰ ਜਿਹੜੀ ਸੀ 13 ਸਾਲ ਸੀ। ਹੁਣ ਇਸ ਲੜਕੀ ਦੀ ਉਮਰ 16 ਸਾਲ ਹੋ ਚੁੱਕੀ ਆ। ਇਹ फ़ोन जिस ਵੇਲੇ ਲੈ ਜਾਂਦੀ ਆ, ਉਹਦਾ ਨੰਬਰ ਲਿਜਾ ਕੇ ਘਰ ਆਪਣੀ ਵਾਲਦਾ ਦੇ ਮੋਬਾਈਲ ਦੇ ਉੱਤੋਂ ਉਹਦੇ ਨਾਲ ਗੱਪਸ਼ਪ ਲਾਉਂਦੀ ਰਹਿੰਦੀ, ਉਹਦੇ ਨਾਲ ਮੈਸੇਜ ਕਰਦੀ, ਚੈਟ ਕਰਦੀ, ਕਿਉਂਕਿ ਇਹਦੇ ਕੋਲ फ़ोन ਮੋਬਾਈਲ ਨਹੀਂ ਸੀ ਹੈਗਾ। ਇਹ ਆਪਣੀ ਵਾਲਦਾ ਦਾ ਮੋਬਾਈਲ ਇਸਤੇਮਾਲ ਕਰ ਲੈਂਦੀ ਸੀ। ਕਾਫੀ ਟਾਈਮ ਇਹ ਗੁਜ਼ਰ ਗਿਆ। ਇਹ ਉਹਦੇ ਨਾਲ ਗੱਪਾਂ ਛੱਪਾਂ ਲਾਉਂਦੀ ਹੁੰਦੀ ਸੀ। ਇਹਦੀ ਅੰਮੀ ਇੱਕ ਦਿਨ ਬੜੀ ਤੰਗ ਆ ਗਈ ਕਿ ਕੀ ਤੂੰ ਸਾਰਾ ਦਿਨ ਮੋਬਾਈਲ ਨੂੰ ਚਿੰਬੜੀ ਰਹਿੰਦੀ ਹੈ, ਕਿਹਦੇ ਨਾਲ ਕਰਦੀ ਰਹਿੰਦੀ ਆ? ਉਹ ਕਹਿੰਦੀ ਕਿ ਮੈਂ ਆਪਣੀ ਕਜ਼ਨਾਂ ਨਾਲ ਕਰਦੀ ਹਾਂ ਮੈਸੇਜ, ਉਹਨਾਂ ਨਾਲ ਚੈਟ ਵਗੈਰਾ ਕਰ ਰਹੀ ਹਾਂ। ਅਤੇ ਇੱਥੇ ਉਹਦਾ ਵਾਲਦਾ ਦਾ ਹੱਕ ਸੀ ਨਾ ਕਿ ਆਪਣੇ ਮੋਬਾਈਲ ਨੂੰ ਚੈੱਕ ਕਰਦੀ ਕਿ ਕਿਹਦੇ ਨਾਲ ਚੈਟ ਕਰਦੀ ਹੈ, ਕਿਹਦੇ ਨਾਲ ਮੈਸੇਜ ਕਰਦੀ ਆ। ਲੇਕਿਨ ਇਹ ਉਹਨੂੰ ਗੇੜਾ ਦੇ ਦਿੰਦੀ ਰਹੀ। ਉਸ ਤੋਂ ਬਾਅਦ ਫਿਰ ਚੈਟ ਹਿਸਟਰੀ ਜਿਹੜੀ ਸੀ ਡਿਲੀਟ ਵਗੈਰਾ ਕਰ ਦਿੰਦੀ ਰਹੀ ਆ। ਉਸ ਤੋਂ ਬਾਅਦ ਇੱਕ ਦਿਨ ਇਹਦੀ ਵਾਲਦਾ ਜਿਹੜੀ ਹੈ ਨਾ ਬੜੀ ਤੰਗ ਆ ਜਾਂਦੀ ਹੈ। ਉਹ ਕਹਿੰਦੀ ਆ ਕਿ ਕੀ ਤੂੰ ਸਾਰਾ ਦਿਨ ਮੋਬਾਈਲ ਨੂੰ ਲੱਗੀ ਰਹਿੰਦੀ ਆ? ਅੱਜ ਤੋਂ ਬਾਅਦ ਖਬਰਦਾਰ ਅਗਰ ਤੂੰ ਮੋਬਾਈਲ ਨੂੰ ਹੱਥ ਲਾਇਆ ਤਾਂ ਮੈਂ ਤੇਰੇ ਨਾਲ ਬਹੁਤ ਬੁਰਾ ਪੇਸ਼ ਆਵਾਂਗੀ। ਖੈਰ ਇਹਦੇ ਉੱਤੇ ਮੋਬਾਈਲ ਦੀ ਪਾਬੰਦੀ ਲੱਗ ਗਈ। ਫਿਰ ਇਹ ਵੇਖਦੀ ਰਹਿੰਦੀ ਸੀ ਕਿ ਅੰਮੀ ਕਦੋਂ ਘਰੋਂ ਬਾਹਰ ਜਾਵੇ ਤੇ ਜਾਂ ਸੋ ਜਾਏ ਤੇ ਮੈਂ ਮੋਬਾਈਲ ਚੁੱਕਾਂ ਤੇ ਔਰ ਫਿਰ ਉਹਦੇ ਨਾਲ ਗੱਪਸ਼ਪ ਲਾਵਾਂ ਮੁਸਤਫਾ ਦੇ ਨਾਲ। ਇੱਕ ਦਿਨ ਫਿਰ ਇਹਦੀ ਜਦੋਂ ਵਾਲਦਾ ਬਾਹਰ ਚਲੇ ਗਈ ਨਾ, ਇਹਨੇ फ़ोन ਚੁੱਕਿਆ, ਚੁੱਕ ਕੇ ਤੇ ਮੁਸਤਫਾ ਨੂੰ ਕਿਹਾ ਕਿ ਮੁਸਤਫਾ ਅੱਜ ਤੋਂ ਬਾਅਦ ਨਾ ਮੇਰੇ ਉੱਤੇ ਕਾਲ ਕਰਨੇ ਦੀ ਪਾਬੰਦੀ ਲੱਗ ਗਈ ਹੈ ਮੈਸੇਜ ਦੇ ਉੱਤੇ, ਕਿ ਮੇਰੀ ਵਾਲਦਾ ਦਾ फ़ोन ਸੀ ਜਿਹੜਾ ਮੈਂ ਇਸਤੇਮਾਲ ਕਰਦੀ ਸੀ, ਉਹਨੇ ਮਨਾ ਕਰ ਦਿੱਤਾ। ਹੁਣ ਮੈਂ ਤੇਰੇ ਨਾਲ ਗੱਲਬਾਤ ਜ਼ਰਾ ਲੇਟ ਕਰਿਆ ਕਰਾਂਗੀ ਜਦੋਂ ਮੈਨੂੰ ਟਾਈਮ ਲੱਗਿਆ। ਮੁਸਤਫਾ ਕਹਿੰਦਾ ਕਿ ਮੈਂ ਹੁਣ ਤੇਰੇ ਤੋਂ ਬਗੈਰ ਨਹੀਂ ਰਹਿ ਸਕਦਾ। ਜਦ ਤੱਕ ਤੇਰੇ ਨਾਲ ਗੱਲ ਨਾ ਹੋਵੇ ਮੈਨੂੰ ਤਸੱਲੀ ਨਹੀਂ ਹੁੰਦੀ, ਮੈਂ ਮੁਤਮਿਨ ਨਹੀਂ ਹੁੰਦਾ ਹੈਗਾ। ਹੁਣ ਮੁਸਤਫਾ ਕਹਿੰਦਾ ਕਿ ਤੂੰ ਇਸ ਤਰ੍ਹਾਂ ਕਰਕੇ ਕੋਈ ਟਾਈਮ ਕੱਢ, 1-2 ਦਿਨ ਦੇ ਵਿੱਚ ਮੈਂ ਨਾ ਤੈਨੂੰ ਮੋਬਾਈਲ ਨਵਾਂ ਲੈ ਕੇ ਦੇ ਦੇਣਾ। ਹੁਣ ਮੁਸਤਫਾ ਕੀ ਕਰਦਾ ਕਿ ਮੋਬਾਈਲ ਵੀ ਨਵਾਂ ਲੈਣ ਦਾ, ਸਿਮ ਵੀ ਨਵੀਂ ਕਢਾ ਕੇ ਇਹਨੂੰ ਬੁਲਵਾ ਲੈਂਦਾ ਕਿ ਆ ਜਾ ਆਪਣਾ ਮੋਬਾਈਲ ਔਰ ਸਿਮ ਲੈ ਜਾ, ਮੈਂ ਤੈਨੂੰ ਨਵਾਂ ਮੋਬਾਈਲ ਲੈ ਕੇ ਦੇ ਦਿੰਦਾ। ਅਤੇ ਇਹ ਬਹਾਨਾ ਲਾ ਕੇ ਘਰੋਂ ਚੱਲ ਜਾਂਦੀ ਆ। ਅੱਗੇ ਉਹ ਮੁਸਤਫਾ ਖੜਾ ਹੁੰਦਾ, ਇਹਨੂੰ ਚੁੱਕ ਕੇ ਲੈ ਜਾਂਦਾ, ਲਿਜਾ ਕੇ ਅਤੇ ਇਹਨੂੰ ਕਹਿੰਦਾ ਕਿ ਮੈਂ ਤੇਰੇ ਨਾਲ ਗੁਨਾਹ ਦਾ ਕੰਮ ਕਰਨਾ। ਇਹ ਨਾ ਖੈਰ नहीं मानती। वो कहती कि मैं जब तक तेरे नाल शादी नहीं करूँगी, शादी तो बाद ही ये जिहड़ा काम करांगी, इस तो पहला मैं तैनूं नहीं करन देना। खैर वो बड़ी कोशिश करदा,
ਹਵਸ ਜਿਹੜੀ ਆ ਆਪਣੀ ਬੁਝਾਉਣ ਦੀ, ਲੇਕਿਨ ਇਹ ਨੇੜੇ ਨਹੀਂ ਲੱਗਣ ਦਿੰਦੀ ਹੈਗੀ ਕਿ ਇਹ ਕੰਮ ਨਹੀਂ ਕਰਨਾ ਹੈਗਾ। ਖੈਰ ਉਹ ਮੋਬਾਈਲ ਲੈ ਕੇ ਆ ਜਾਂਦੀ ਆ, ਉਸ ਤੋਂ ਬਾਅਦ ਇਹਨਾਂ ਗੱਪਸ਼ਪ ਲਾਉਂਦੀ ਰਹਿੰਦੀ ਆ ਅਤੇ ਚੈਟ ਚੱਲਦੀ ਰਹਿੰਦੀ ਆ। ਲੇਕਿਨ ਉਦੋਂ ਜਦੋਂ ਇਹਦੀ ਵਾਲਦਾ ਸੋ ਜਾਂਦੀ, ਹੁਣ ਰਾਤ ਨੂੰ ਇਹ ਸਾਰੀ ਰਾਤ ਗੱਪਸ਼ਪ ਉਹਦੇ ਨਾਲ ਲਾਉਂਦੀ ਅਤੇ ਫਿਰ ਇਸ ਤਰ੍ਹਾਂ ਇੱਕ ਸਿਲਸਿਲਾ ਚੱਲਦਾ ਰਿਹਾ 3 ਸਾਲ ਤੱਕ। ਫਿਰ ਜਦੋਂ ਹੁਣ ਵਕੂਏ ਦੀ ਤਰਫ ਆ ਜਾਓ, 31 ਦਸੰਬਰ ਦੀ ਰਾਤ ਨੂੰ ਨਿਊ ਈਅਰ ਨਾਈਟ ਮਨਾਉਣ ਵਾਸਤੇ ਇਹ ਆਪਣੀ ਮਾਂ ਨੂੰ ਕਹਿੰਦੀ ਕਿ ਮੈਂ ਸਹੇਲੀਆਂ ਦੇ ਨਾਲ ਜਾਣਾ, ਅਤੇ ਮਾਂ ਕਹਿੰਦੀ ਆ ਠੀਕ ਹੈ ਚੱਲ ਜਾ। ਇਹ ਘਰੋਂ ਨਿਕਲਦੀ ਆ, ਅੱਗੇ ਮੁਸਤਫਾ ਖੜਾ ਹੁੰਦਾ, ਇਹਨੂੰ ਚੁੱਕ ਕੇ ਅਤੇ ਇੱਕ ਲਤੀਫ ਬਾਗ ਫਲੈਟ ਆ, ਉੱਥੇ ਫਲੈਟ ਦੇ ਵਿੱਚ ਲੈ ਜਾਂਦਾ। ਫਲੈਟ ਦੇ ਵਿੱਚ ਲੈ ਜਾਂਦਾ, ਉੱਥੇ ਇਹਨੇ ਨਾ ਸਾਰੀ ਪਲਾਨਿੰਗ ਕੀਤੀ ਹੁੰਦੀ ਆ ਅਤੇ ਇਹਨੂੰ ਨਹੀਂ ਪਤਾ ਹੁੰਦਾ ਕਿ ਮੇਰੇ ਨਾਲ ਕੀ ਹੋਣਾ। ਇਹ ਤਾਂ ਸਮਝਦੀ ਆ ਚਲੋ ਕੋਈ ਖਾ ਪੀ ਕੇ ਆਉਂਦੇ ਹਾਂ, ਗੱਪਸ਼ਪ ਲਾ ਕੇ ਆਉਂਦੇ ਹਾਂ, ਨਿਊ ਈਅਰ ਨਾਈਟ ਮਨਾਉਂਦੇ ਹਾਂ, ਨਵਾਂ ਸਾਲ। ਅਤੇ ਇਹ ਨਿਕਲ ਜਾਂਦੀ, ਉਹਦੇ ਨਾਲ ਜਾ ਕੇ ਫਲੈਟ ਦੇ ਵਿੱਚ ਪਹੁੰਚ ਜਾਂਦੀ। ਜਿਸ ਵੇਲੇ ਇਹਨੂੰ ਫਿਰ ਉੱਥੇ ਜਾ ਕੇ ਪਤਾ ਲੱਗਦਾ, ਉਹ ਕਹਿੰਦਾ ਕਿ ਅੱਜ ਮੈਂ ਨਾ ਆਪਣੀ ਹਵਸ ਜਿਹੜੀ ਹੈ ਨਾ ਬੁਝਾਉਣੀ ਆ। ਅਤੇ ਉਹ ਕਹਿੰਦੀ ਨਹੀਂ ਮੈਂ ਬਿਲਕੁਲ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ, ਗੁਨਾਹ ਦਾ ਤੈਨੂੰ ਹੱਥ ਨਹੀਂ ਲਾਉਣ ਦੇਣਾ। ਇਹ ਸਾਰੀ ਪਲਾਨਿੰਗ ਬਣਾ ਕੇ ਗਿਆ ਹੁੰਦਾ। ਇਹਦੇ ਕੋਲ ਪਿਸਟਲ ਹੁੰਦਾ, ਪਿਸਟਲ ਕੱਢ ਕੇ ਅਤੇ ਕਹਿੰਦਾ ਸਿੱਧੀ ਹੋ ਜਾ ਵਰਨਾ ਮੈਂ ਤੈਨੂੰ ਫਾਇਰ ਮਾਰ ਦਿਆਂਗਾ। ਖੈਰ ਉੱਥੇ ਨਾ ਇਹ ਆਪਣੇ ਹਵਸ ਜਿਹੜੀ ਆ ਬੁਝਾਉਂਦਾ, ਗੁਨਾਹ ਦਾ ਕੰਮ ਕਰਦਾ, ਕਰ ਕੇ ਉਹਨੂੰ ਮਾਰਦਾ ਪਿੱਟਦਾ ਵੀ ਆ। ਉਸ ਤੋਂ ਬਾਅਦ ਨਾ ਫਿਰ ਇਹਦੇ 4 ਦੋਸਤ ਨੇ, ਉਹ ਵੀ ਮੌਕੇ 'ਤੇ ਪਹੁੰਚ ਜਾਂਦੇ ਨੇ। ਜਿਸ ਵੇਲੇ ਪਹੁੰਚਦੇ ਨੇ ਉਹ ਵੀ ਫਿਰ ਇਹਦੇ ਨਾਲ ਮੁਬੱਯਨਾ ਤੌਰ 'ਤੇ ਗੁਨਾਹ ਦਾ ਕੰਮ ਕਰਦੇ ਨੇ। ਅਤੇ ਉਸ ਤੋਂ ਬਾਅਦ ਇਹ 3 ਦਿਨ ਉਸ ਲੜਕੀ ਨੂੰ ਉਸ ਫਲੈਟ ਦੇ ਵਿੱਚ ਆਪਣੇ ਕੋਲ ਰੱਖਦੇ ਨੇ, ਉਹਦੇ ਨਾਲ ਜ਼ੁਲਮ ਔਰ ਜ਼ਿਆਦਤੀ ਕਰਦੇ ਨੇ ਔਰ ਗੁਨਾਹ ਦਾ ਕੰਮ ਕਰਦੇ ਨੇ। ਔਰ ਫਿਰ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਇਨਕਸ਼ਾਫਾਤ ਹੋਏ ਨੇ ਕਿ ਤੁਸੀਂ ਕੰਨਾਂ ਨੂੰ ਹੱਥ ਲਾਵੋ, ਮੈਂ ਦੱਸ ਨਹੀਂ ਸਕਦਾ ਕਿ ਬਾਅਦ ਦੇ ਵਿੱਚ ਇਹਨਾਂ ਨੇ ਤੇਜ਼ਾਬ ਵੀ ਪਾਇਆ ਅਤੇ ਇਸ ਤਰ੍ਹਾਂ ਦਾ ਗੁਨਾਹ ਦਾ ਕੰਮ ਇਹਨਾਂ ਨੇ ਕੀਤਾ। ਉਸ ਤੋਂ ਬਾਅਦ ਫਿਰ ਜਿਸ ਵੇਲੇ 3 ਤਰੀਕ ਆਈ, 3 ਤਰੀਕ ਨੂੰ ਇਹਨਾਂ ਨੇ ਦੋਸਤਾਂ ਨੇ ਫੈਸਲਾ ਕੀਤਾ ਕਿ ਯਾਰ ਇਹ ਤਾਂ ਮਰਨ ਲੱਗੀ ਆ, ਅਗਰ ਇਹ ਮਰ ਗਈ ਤਾਂ ਕਤਲ ਜਿਹੜਾ ਸਾਡੇ ਉੱਤੇ ਪੈ ਜਾਏਗਾ। ਡਰ ਜਾਂਦੇ ਨੇ ਇਹ, ਫੌਰੀ ਉਹਨੂੰ ਚੁੱਕਦੇ ਨੇ, ਇੱਕ ਕਾਰ ਦੇ ਵਿੱਚ ਪਾਉਂਦੇ ਨੇ, ਪਾ ਕੇ ਜਨਾਹ ਟਾਊਨ ਉਹਨਾਂ ਦੀ ਗਲੀ ਦੇ ਵਿੱਚ ਉਹਨਾਂ ਦੇ ਘਰ ਦੇ ਅੱਗੇ ਇਹਨੂੰ ਸੁੱਟ ਆਉਂਦੇ ਨੇ। ਜਿਸ ਵੇਲੇ ਸੁੱਟ ਆਉਂਦੇ ਨੇ ਇਹਦੀ ਹਾਲਤ ਬੜੀ ਖਤਰਨਾਕ ਹੁੰਦੀ ਆ। 2 ਬੰਦੇ ਜਿਨ੍ਹਾਂ ਦਾ ਨਾਮ FIR ਦੇ ਵਿੱਚ ਵੀ ਲਿਖੇ ਆ, ਤੁਸੀਂ ਪੜ੍ਹ ਸਕਦੇ ਹੋ, ਉਹ ਗਵਾਹ ਸੀ ਜਿਨ੍ਹਾਂ ਨੇ ਵੇਖਿਆ। ਅਤੇ ਉਹਨਾਂ ਨੇ ਜਿਸ ਵੇਲੇ ਵੇਖਿਆ ਇਹਨਾਂ ਨੂੰ ਫਰਾਰ ਹੁੰਦਿਆਂ ਅਤੇ ਉਹਨਾਂ ਨੇ ਫੌਰੀ ਤੌਰ 'ਤੇ ਇਹਦੇ ਘਰ ਵਾਲਿਆਂ ਨੂੰ ਦੱਸਿਆ। ਜਿਸ ਵੇਲੇ ਘਰ ਵਾਲਿਆਂ ਨੂੰ ਦੱਸਿਆ ਬੜੇ ਪਰੇਸ਼ਾਨ ਹੋ ਗਏ। ਹੁਣ ਘਰ ਵਾਲਿਆਂ ਨੇ ਤੁਸੀਂ ਦੇਖੋ 31 ਦਸੰਬਰ ਦੀ ਇਹ ਗੁੰਮੀ ਹੋਈ ਆ, ਅਗਵਾ ਹੋਈ ਆ ਅਤੇ 3 ਤਰੀਕ ਹੋ ਗਈ, ਇਹਨਾਂ ਨੇ ਨਾ ਕੋਈ FIR ਦਰਜ ਕਰਵਾਈ ਅਤੇ ਨਾ ਕੋਈ ਟਸ ਤੋਂ ਮਸ ਹੋਏ ਕਾਨੂੰਨੀ ਕਾਰਵਾਈ ਕੋਈ ਨਾ ਕੀਤੀ। ਬਾਕੀ ਆਪਣੇ ਤੌਰ 'ਤੇ ਪਤਾ ਕਰਦੇ ਰਹੇ ਵੀ ਕਿੱਧਰ ਗਈ, ਲੱਭਦੇ ਰਹੇ ਉਹਨੂੰ, ਸਾਰੇ ਰਿਸ਼ਤੇਦਾਰਾਂ ਦੇ ਵਿੱਚ ਪੁੱਛ ਸਭ ਕੁਝ, ਲੇਕਿਨ ਨਾ ਪਤਾ ਲੱਗਾ। ਲੇਕਿਨ ਜਦੋਂ ਵਾਲਦ ਨੂੰ ਪਤਾ ਲੱਗਾ ਕਿ ਬੱਚੀ ਦੀ ਬਾਹਰ ਆ ਗਈ ਆ, ਉਹਦੀ ਹਾਲਤ ਬੜੀ ਖਰਾਬ ਆ, ਫੌਰੀ ਉਹਨੂੰ ਚੁੱਕਦੇ ਨੇ, ਹਸਪਤਾਲ ਲੈ ਜਾਂਦੇ ਨੇ। ਹਸਪਤਾਲ ਜਿਸ ਵੇਲੇ ਜਾਂਦੇ ਨੇ, ਡਾਕਟਰ ਮੈਡੀਕਲ ਕਰਦੇ ਨੇ ਇਹਦੀ, ਅਤੇ ਮੈਡੀਕਲ ਦੇ ਵਿੱਚ ਉਹ ਇਨਕਸ਼ਾਫਤ ਕਰਦੇ ਨੇ ਇਹਦੇ ਨਾਲ ਜ਼ੁਲਮ ਔਰ ਜ਼ਿਆਦਤੀ ਹੋਈ ਆ। ਅਤੇ ਉਸ ਤੋਂ ਬਾਅਦ ਉਹਦਾ ਵਾਲਦ ਫੌਰੀ ਤੌਰ 'ਤੇ ਉੱਥੇ ਖੜ੍ਹ ਕੇ 15 'ਤੇ ਕਾਲ ਕਰਦਾ। ਪੁਲਿਸ ਥਾਣਾ ਜਿਹੜੀ ਆ ਮੀਆਂ ਚੰਨੂ ਦੀ ਆ ਜਾਂਦੀ ਆ। ਰਾਸ਼ਦ ਜੱਟ ਸਾਹਿਬ SHO ਆਪਣੀ ਨਫਰੀ ਲੈ ਕੇ ਮੌਕੇ 'ਤੇ ਪਹੁੰਚ ਜਾਂਦੇ ਨੇ ਔਰ ਉਹਦੇ ਕੋਲੋਂ ਇੱਕ ਬਿਆਨ ਲੈਂਦੇ ਨੇ। ਉਸ ਬਿਆਨ ਦੇ ਵਿੱਚ ਉਹਨੇ ਇਸ ਤਰ੍ਹਾਂ ਦੇ ਇਨਕਸ਼ਾਫਾਤ ਕੀਤੇ ਕਿ ਬੰਦਾ ਕੰਨਾਂ ਨੂੰ ਹੱਥ ਲਾਉਣ ਲੱਗ ਜਾਂਦਾ। ਕਿ ਤੁਸੀਂ ਦੇਖੋ ਕਿ ਉਹਨਾਂ ਨੇ ਇਸ ਦੇ ਨਾਲ ਮੁਬੱਯਨਾ ਤੌਰ 'ਤੇ ਜ਼ੁਲਮ ਔਰ ਜ਼ਿਆਦਤੀ ਕੀਤੀ, ਉਹਨੂੰ ਮਾਰਿਆ ਪਿੱਟਿਆ ਔਰ ਤੇਜ਼ਾਬ ਵਗੈਰਾ ਦਾ ਵੀ ਇਸਤੇਮਾਲ ਕਹਿੰਦੇ ਨੇ ਕੀਤਾ। ਉਸ ਤੋਂ ਬਾਅਦ ਪੁਲਿਸ ਜਿਹੜੀ ਆ ਇੱਕ FIR ਦਰਜ ਕਰਦੀ ਆ ਉਸ ਲੜਕੀ ਦੇ ਬਿਆਨ ਦੇ ਉੱਤੇ ਔਰ ਇਸ FIR ਦੀ ਮੁਦਈ ਲੜਕੀ ਜਿਹੜੀ ਆ ਖੁਦ ਬਣਦੀ ਆ। ਔਰ ਇਸ ਪਰਚੇ ਦੇ ਵਿੱਚ ਨਾਮ ਜਿਹੜੇ ਦਰਜ ਕੀਤੇ ਗਏ, ਇੱਕ ਮੁਸਤਫਾ ਦਾ, ਉਹਦੇ 4 ਦੋਸਤ ਹੁੰਦੇ ਨੇ, ਸਾਬਰ, ਅੱਲਾ ਰੱਖਾ, ਨਦੀਮ ਅਤੇ ਅਲੀ ਅਬਾਸ। ਇਹਨਾਂ 4 ਦੇ ਨਾਮ ਲਿਖੇ ਗਏ ਔਰ 5ਵਾਂ ਨਾਮ ਮੁਸਤਫਾ ਦਾ। FIR ਦਰਜ ਕੀਤੀ ਗਈ ਔਰ ਪੁਲਿਸ ਫਿਰ ਜਿਹੜੀ ਆ ਹਰਕਤ ਦੇ ਵਿੱਚ ਆ ਜਾਂਦੀ ਆ। 3 ਦੋਸਤ ਅਤੇ ਇੱਕ ਮੁਸਤਫਾ ਨੂੰ ਪੁਲਿਸ ਨੇ ਪਕੜ ਲਿਆ ਔਰ ਇੱਕ ਹਜੇ ਤੱਕ ਮਫਰੂਰ ਆ। ਪੁਲਿਸ ਹੁਣ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰੇਗੀ ਔਰ ਇਹਦਾ ਕੇਸ ਤਿਆਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕਰੇਗੀ। ਫਿਰ ਅਦਾਲਤ ਜਿਹੜੀ ਆ ਇਹਦੇ ਉੱਤੇ ਫੈਸਲਾ
ਕਰੇਗੀ। ਇਹ ਬੜਾ ਲੰਬਾ ਚੌੜਾ ਕੰਮ ਚੱਲ ਜਾਣਾ। ਮੇਰਾ ਤਾਂ ਖਿਆਲ ਆ ਜਿਹੜੀ ਮਰੀਮ ਨਵਾਜ਼ ਸਾਹਿਬਾ ਨੇ CCD ਬਣਾਈ ਆ, ਇਸ ਦੇ ਹਵਾਲੇ ਇਸ ਕੇਸ ਨੂੰ ਵੀ ਕਰ ਦੇਣਾ ਚਾਹੀਦਾ ਸੀ ਔਰ ਇਹਨਾਂ ਦੇ ਨੇਫਿਆਂ ਦੇ ਵਿੱਚ ਪਿਸਤੌਲ ਚੱਲ ਜਾਣਾ ਚਾਹੀਦਾ ਸੀ। ਹਜੇ ਤੱਕ ਕਿਉਂ ਨਹੀਂ ਚੱਲਿਆ, ਇਹਦੇ ਉੱਤੇ ਐਕਸ਼ਨ ਹੋਣਾ ਚਾਹੀਦਾ। ਇਹ ਸੀ ਅੱਜ ਦਾ ਇੱਕ ਦਿਲਖਰਾਸ਼ ਵਾਕਿਆ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਅੱਲਾਹ ਤਾਲਾ ਹਰ ਇੱਕ ਦੀ ਬੱਚੀਆਂ ਦੀਆਂ ਇੱਜ਼ਤਾਂ ਮਹਿਫੂਜ਼ ਫਰਮਾਏ, ਆਮੀਨ ਸੁਮਾ ਆਮੀਨ। ਲੇਕਿਨ ਬੱਚੀਆਂ ਨੂੰ ਵੀ ਥੋੜ੍ਹੇ ਜਿਹੇ ਹੋਸ਼ ਦੇ ਨਾਖੁਨ ਲੈਣੇ ਚਾਹੀਦੇ ਆ। ਇਸ ਤਰ੍ਹਾਂ ਜਲਦੀ ਕਿਸੇ ਦੇ ਬਹਿਕਾਵੇ ਦੇ ਵਿੱਚ ਆ ਜਾਣਾ ਚਾਹੀਦਾ। ਇਸ ਤਰ੍ਹਾਂ ਦੇ ਬਹੁਤ ਸਾਰੇ ਆਦਮੀ ਫਿਰਦੇ ਨੇ ਜਿਹੜੇ ਆਪਣੀ ਹਵਸ ਬੁਝਾਉਣ ਦੀ ਖਾਤਰ ਸ਼ਾਦੀ ਦਾ ਝਾਂਸਾ ਦੇ ਕੇ, ਕਿਹੜਾ ਦੇ ਕੇ ਕਿ ਮੈਂ ਤੇਰੇ ਨਾਲ ਸ਼ਾਦੀ ਕਰਾਵਾਂਗਾ, ਔਰ ਫਿਰ ਉਹਨੂੰ ਆਪਣੀ ਹਵਸ ਦਾ ਨਿਸ਼ਾਨਾ ਬਣਾਉਂਦੇ ਨੇ। अल्लाह ताला सब ते रहमत फरमाए, आमीन सुम्मा आमीन। अस्सलामु अलैकुम व रहमतुल्लाहि व बरकातुहू।